ਗੁਰੂ ਅਮਰਦਾਸ ਜੀ ਤੀਸਰੇ ਗੁਰੂ ਸਾਹਿਬਾਨ 1479 ਤੋਂ 1574। ਗੁਰੂ ਨਾਨਕ ਦੇਵ ਜੀ ਦੀ ਤੀਜੀ ਜੋਤ ਗੁਰੂ ਅਮਰਦਾਸ ਜੀ ਅਤੇ ਸ਼ੀਤਲ ਸੁਭਾ, ਨਿਮਰਤਾ, ਇੱਕ ਰਸ ਭਗਤੀ ਦੇ ਧਾਰਨੀ, ਮਨੁੱਖਤਾ ਦਾ ਭਲਾ ਸੋਚਣ ਵਾਲੇ ਤੇ ਗਰੀਬਾਂ ਤੇ ਦੁਖੀਆਂ ਲਈ ਅਥਾਹ ਹਮਦਰਦੀ ਰੱਖਣ ਵਾਲੇ ਦਰਿਆ ਦਿਲ, ਸਿੱਖਾਂ ਦੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਗੁਰਗੱਦੀ ਸੰਭਾਲੀ। ਇੱਕ ਉਹਨਾਂ ਦਾ ਸਿਮਰਨ, ਸੇਵਾ ਤੇ ਗੁਰਮਤਿ ਦਾ ਗਿਆਨ ਦੇਖ ਕੇ ਗੁਰੂ ਅੰਗਦ ਦੇਵ ਜੀ ਨੇ ਇੱਕ ਮੌਕੇ ਤੇ ਗੁਰਗੱਦੀ ਮਿਲਣ ਤੋਂ ਪਹਿਲਾਂ ਹੀ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਥਾਵਿਆਂ ਦੀ ਥਾਂ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਪਤਿਆਂ ਦੀ ਪਤ, ਨਿਗਤਿਆਂ ਦੀ ਗਤ ਆਦਿ ਕਈ ਬਖਸ਼ਿਸ਼ਾਂ ਨਾਲ ਨਿਵਾਜਿਆ। ਇੱਕ ਬਚਪਨ ਆਪ ਜੀ ਦਾ ਪ੍ਰਕਾਸ਼ ਪਿੰਡ ਬਿਸਾਰ ਕੇ, ਜ਼ਿਲ੍ਹਾ ਅੰਮ੍ਰਿਤਸਰ, ਅੰਮ੍ਰਿਤਸਰ ਤੋਂ 5 ਕੁ ਮੀਲ ਦੀ ਦੂਰੀ ਤੇ ਬਾਬਾ ਤੇਜਭਾਨ ਤੇ ਮਾਤਾ ਸੁਲੱਖਣੀ ਦੇ ਘਰ ਹੋਇਆ। ਇੱਕ ਬਾਬਾ ਤੇਜਭਾਨ ਪੜ੍ਹੇ ਲਿਖੇ, ਸੁਚੱਜੇ, ਮਿਹਨਤੀ, ਇਮਾਨਦਾਰ ਤੇ ਧਾਰਮਿਕ ਬਿਰਤੀ ਦੇ ਇਨਸਾਨ ਸਨ। ਇੱਕ ਪਿੰਡ ਵਿੱਚ ਕੁਝ ਜ਼ਮੀਨ ਦੇ ਮਾਲਕ ਸਨ ਜਿਸ ਵਿੱਚ ਖੇਤੀ ਬਾੜੀ ਕਰਾਉਂਦੇ ਤੇ ਨਾਲ ਵਣਜ ਵਪਾਰ ਦਾ ਕੰਮ ਵੀ ਕਰਦੇ ਸਨ। ਇੱਕ ਗੁਰੂ ਅਮਰਦਾਸ ਆਪਣੇ ਪਿਤਾ ਦੇ ਕੰਮ ਵਿੱਚ ਹੱਥ ਵਟਾਉਂਦੇ ਰਹੇ। 1503 ਵਿੱਚ ਉਹਨਾਂ ਦਾ ਵਿਵਾਹ ਸਨਖਤਰੇ ਦੇਵੀ ਚੰਦ ਬਹਿਲ ਦੀ ਸਪੁੱਤਰੀ ਰਾਮ ਕੌਰ, ਮਨਸਾ ਦੇਵੀ ਨਾਲ ਹੋਇਆ। ਇੱਕ ਉਹਨਾਂ ਦੇ ਘਰ ਦੋ ਸਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਤੇ ਦੋ ਸਪੁੱਤਰੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਹੋਈਆਂ। ਇੱਕ ਸਫਲ ਪਰਿਵਾਰਿਕ ਜੀਵਨ ਪਿੱਛੋਂ ਇਹ ਬੜੀ ਤੀਬਰਤਾ ਨਾਲ ਧਾਰਮਿਕ ਰਾਹਾਂ ਤੇ ਚੱਲ ਪਏ। ਇੱਕ ਜਦੋਂ ਇਹ ਗੁਰੂ ਅੰਗਦ ਦੇਵ ਜੀ ਦੇ ਘਰ ਆਏ ਤਾਂ ਇਹਨਾਂ ਦੀ ਉਮਰ 61 ਸਾਲ ਦੀ ਸੀ। ਇਸ ਤੋਂ ਪਹਿਲਾਂ ਆਪ ਜੀ ਨੇ ਵੀ ਭਾਈ ਲਹਿਣਾ ਦੀ ਤਰ੍ਹਾਂ 20 ਸਾਲ ਗੰਗਾ ਮਈ ਦੀ ਯਾਤਰਾ ਕਰਨ ਦੀ ਕਠਿਨ ਘਾਲ ਘਾਲੀ। ਇੱਕ ਸਾਲ ਵਿੱਚ ਸਿਰਫ 6 ਮਹੀਨੇ ਘਰ ਰਹਿੰਦੇ ਤੇ ਬਾਕੀ ਸਮਾਂ ਤੀਰਥ ਯਾਤਰਾ ਤੇ। ਜਦੋਂ ਉਹ 20ਵੀਂ ਵਾਰੀ ਗੰਗਾ ਇਸ਼ਨਾਨ ਤੇ ਗਏ ਤੇ ਉਹਨਾਂ ਨਾਲ ਇੱਕ ਐਸੀ ਘਟਨਾ ਵਾਪਰੀ ਕਿ ਉਹਨਾਂ ਦੀ ਪੂਰੀ ਜ਼ਿੰਦਗੀ ਦੀ ਰੋਹ ਹੀ ਬਦਲ ਗਈ। ਇੱਕ ਮੁਲਾਣੇ ਪਰਗਨੇ ਦੇ ਪਿੰਡ ਮੋਹੜੇ ਵਿੱਚ ਇੱਕ ਬ੍ਰਾਹਮਣ ਰਹਿੰਦਾ ਸੀ ਜਿਸ ਕੋਲ ਯਾਤਰੀ ਅਕਸਰ ਠਹਿਰਦੇ ਸੀ। ਇੱਕ ਉੱਥੇ ਉਹਨਾਂ ਦਾ ਮੇਲ ਇੱਕ ਵੈਸ਼ਨਵ ਬ੍ਰਹਮਚਾਰੀ ਨਾਲ ਹੋਇਆ ਜਿਸ ਨਾਲ ਗੁਰੂ ਸਾਹਿਬ ਦਾ ਮੇਲ ਜੋਲ ਬਹੁਤ ਵੱਧ ਗਿਆ, ਇੱਥੋਂ ਤੱਕ ਕਿ ਖਾਣਾ ਪੀਣਾ ਵੀ ਇਕੱਠਾ ਹੋ ਗਿਆ। ਇੱਕ ਅਚਾਨਕ ਉਸਨੇ ਪੁੱਛ ਲਿਆ ਕਿ ਤੁਹਾਡਾ ਗੁਰੂ ਕੌਣ ਹੈ? ਗੁਰੂ ਦੀ ਭਾਲ ਵਿੱਚ ਉਮਰ ਗੁਜ਼ਰ ਗਈ ਹੈ, ਅਜੇ ਤੱਕ ਕੋਈ ਮਿਲਿਆ ਨਹੀਂ। ਇਹ ਜਵਾਬ ਸੁਣ ਕੇ ਉਸ ਨੂੰ ਬਹੁਤ ਬੁਰਾ ਲਗਾ ਤੇ ਇਹ ਕਹਿ ਕੇ ਉਹਨਾਂ ਦੀ ਸੰਗਤ ਛੱਡ ਗਿਆ, ਹੈ ਰਾਮ। ਨਿਗੁਰੇ ਕਾ ਸੰਗ, ਨਿਗੁਰੇ ਕਾ ਤਨ, ਨਿਗੁਰੇ ਕਾ ਹੱਥ ਕਾ ਪਕਾਨ। ਜਨਮ ਗਿਆ ਤੇਰਾ। ਇੱਕ ਬਹੁਤ ਡੂੰਘੀ ਚੋਟ ਲੱਗੀ ਗੁਰੂ ਅਮਰਦਾਸ ਜੀ ਦੇ ਮਨ ਤੇ। ਇੱਕ ਡੂੰਘੀ ਖੋਹ, ਤਾਂਗ, ਬੇਚੈਨੀ ਤੇ ਉਦਾਸੀ ਦਿਲ ਵਿੱਚ ਘਰ ਕਰ ਗਈ। ਉਸ ਤੋਂ ਬਾਅਦ ਕਈ ਸਾਧੂਆਂ ਨੂੰ ਮਿਲੇ ਪਰ ਮਨ ਨਾ ਪਤੀਜਿਆ। ਅਚਾਨਕ ਇੱਕ ਦਿਨ ਬੀਬੀ ਅਮਰੋ ਜੋ ਉਹਨਾਂ ਦੇ ਭਰਾ ਦੀ ਨੂੰਹ ਤੇ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਸੀ ਦੇ ਮੂੰਹੋਂ ਸਵੇਰੇ ਸਵੇਰੇ ਦੁੱਧ ਰਿੜਕਦੇ ਵਕਤ ਬਾਣੀ ਸੁਣੀ। ਜਦ ਬੀਬੀ ਅਮਰੋ ਤੋਂ ਪੁੱਛਿਆ ਕਿ ਸਵੇਰੇ ਸਵੇਰੇ ਤੁਸੀਂ ਕੀ ਗਾ ਰਹੇ ਸੀ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਪਿਤਾ ਜੀ ਦੀ ਬਾਣੀ ਉਚਾਰੀ ਹੋਈ ਹੈ। ਬਾਣੀ ਦੇ ਬੋਲ ਇਤਨੇ ਪਿਆਰੇ, ਉਤੋਂ ਬੀਬੀ ਅਮਰੋ ਦੀ ਆਵਾਜ਼ ਇਤਨੀ ਮਿੱਠੀ ਸੀ ਕਿ ਗੁਰੂ ਅਮਰਦਾਸ ਦੇ ਦਿਲ ਵਿੱਚ ਮਿਲਣ ਦੀ ਤਾਂਘ ਪੈਦਾ ਹੋ ਗਈ। ਬਸ ਫਿਰ ਕੀ ਸੀ, ਉਹ ਬੀਬੀ ਅਮਰੋ ਨਾਲ ਮਿਲਣ ਵਾਸਤੇ ਗਏ ਤਾਂ ਉਹਨਾਂ ਜੋਗੇ ਹੀ ਰਹਿ ਗਏ, ਮੁੜ ਵਾਪਿਸ ਨਹੀਂ ਆਏ। 12 ਸਾਲ ਗੁਰੂ ਘਰ ਵਿੱਚ ਰਹਿ ਕੇ ਅਨਥਕ ਸੇਵਾ ਕੀਤੀ, ਆਪਣੇ ਮਾਨ ਅਪਮਾਨ ਤੇ ਰਿਸ਼ਤੇ ਤੋਂ ਉਚੇਰੇ ਉੱਠ ਕੇ ਪੂਰੇ ਸਿਦਕ ਪ੍ਰੇਮ ਤੇ ਉਤਸ਼ਾਹ ਨਾਲ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ 3 ਕੋਹ ਦੂਰ ਬਿਆਸ ਨਦੀ ਤੋਂ ਪਾਣੀ ਭਰ ਕੇ ਲਿਆਂਦੇ, ਗੁਰੂ ਸਾਹਿਬ ਨੂੰ ਇਸ਼ਨਾਨ ਕਰਾਂਦੇ, ਉਹਨਾਂ ਦੇ ਕੱਪੜੇ ਧੋਂਦੇ ਤੇ ਲੰਗਰ ਦੀ ਸੇਵਾ ਵਿੱਚ ਲੱਗ ਜਾਂਦੇ। ਲੰਗਰ ਦੇ ਭਾਂਡੇ ਮਾਂਜਣੇ, ਪਾਣੀ ਢੋਣਾ, ਪੱਖਾ ਚੱਲਣਾ, ਮੂੰਹ ਚੋਂ ਬਾਣੀ, ਹੱਥ ਸੇਵਾ ਵੱਲ ਤੇ ਚਿੱਤ ਕਰਤਾਰ ਵੱਲ ਰਹਿੰਦਾ। ਘੱਟ ਬੋਲਦੇ, ਘੱਟ ਖਾਂਦੇ ਤੇ ਘੱਟ ਸੌਂਦੇ। ਹਾੜ, ਸਿਆਲ, ਹਨੇਰੀ, ਮੀਂਹ, ਝੱਖੜ, ਕਦੀ ਵੀ ਉਹਨਾਂ ਦੇ ਨੇਮ ਤੇ ਪ੍ਰੇਮ ਵਿੱਚ ਫਰਕ ਨਹੀਂ ਆਇਆ। ਕਈ ਵਾਰ ਹਨੇਰੇ ਵਿੱਚ ਠੁੱਡੇ ਠੇਲੇ ਵੀ ਖਾਂਦੇ। ਇਸ ਕੜਵੀ ਤੇ ਗਾਖੜੀ ਸੇਵਾ ਦੇ ਅੰਤਲੇ ਦਿਨਾਂ ਵਿੱਚ ਵਾਪਰੀ ਇਹ ਘਟਨਾ ਸੇਵਾ ਅਤੇ ਗੁਰਸਿੱਖ ਦੇ ਪਰਸਪਰ ਸਬੰਧਾਂ ਦੀ ਇੱਕ ਅਦੁੱਤੀ ਮਿਸਾਲ ਹੈ। ਇੱਕ ਦਿਨ ਸਦਾ ਵਾਂਗ ਅੰਮ੍ਰਿਤ ਵੇਲੇ ਬਿਆਸ ਨਦੀ ਤੋਂ ਪਾਣੀ ਭਰ ਕੇ ਲਿਆ ਰਹੇ ਸੀ। ਅਤ ਦਾ ਮੀਂਹ ਵਸ ਰਿਹਾ ਸੀ, ਝੱਖੜ ਚੁੱਲ ਰਿਹਾ ਸੀ। ਜਦੋਂ ਪਿੰਡ ਪਹੁੰਚੇ ਠੋਕਰ ਲੱਗੀ ਤਾਂ ਗਿਰ ਗਏ ਪਰ ਪਾਣੀ ਦੀ ਗਾਗਰ ਮੋਢੇ ਤੋਂ ਡਿੱਗਣ ਨਹੀਂ ਦਿੱਤੀ। ਖੜਾਕ ਹੋਇਆ। ਨਾਲ ਹੀ ਘਰ ਵਿੱਚੋਂ ਜੁਲਾਹੇ ਨੇ ਜੁਲਾਹੀ ਤੋਂ ਪੁੱਛਿਆ, ਇਹ ਖੜਾਕ ਤਾਂ ਡਿੱਗਣ ਦਾ ਹੈ, ਇਸ ਵੇਲੇ ਕੌਣ ਹੋਵੇਗਾ? ਜੁਲਾਹੀ ਨੇ ਕਿਹਾ, ਹੋਰ ਕੌਣ ਹੋ ਸਕਦਾ ਹੈ? ਅਮਰੂ ਨਿਥਾਵਾਂ ਹੋਣਾ, ਜੋ ਪੇਟ ਦੀ ਖਾਤਰ ਕੁੜਮਾ ਦਾ ਪਾਣੀ ਭਰਦਾ ਹੈ ਤੇ ਚਾਕਰੀ ਕਰਦਾ ਹੈ। ਗੁਰੂ ਸਾਹਿਬ ਨੇ ਵੀ ਉਹਨਾਂ ਦਾ ਵਾਰਤਾਲਾਪ ਸੁਣਿਆ ਤੇ ਕਿਹਾ, ਕਮਲੀਏ ਮੈਂ ਨਿਥਾਵਾਂ ਕਿਉਂ ਹਾਂ,
ਜਿਸ ਨੂੰ ਪਾਤਸ਼ਾਹਾਂ ਦੇ ਪਾਤਸ਼ਾਹ ਨੇ ਠਿਕਾਣਾ ਦਿੱਤਾ ਹੋਵੇ ਉਹ ਨਿਥਾਵਾਂ ਕਿਵੇਂ ਹੋ ਸਕਦਾ ਹੈ। ਇੱਕ ਦਿਨ ਚੜ੍ਹੇ ਜਦ ਗੁਰੂ ਸਾਹਿਬ ਨੂੰ ਇਸ ਵਾਪਰੀ ਘਟਨਾ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਗੁਰੂ ਅਮਰਦਾਸ ਤੋਂ ਪੁੱਛਿਆ। ਇੱਕ ਗੁਰੂ ਅਮਰਦਾਸ ਨੇ ਇਨਾ ਹੀ ਕਿਹਾ ਕਿ ਤੁਸੀਂ ਆਪ ਜਾਣੀ ਜਾਣ ਹੋ, ਮੈਂ ਕਿ ਦੱਸ ਸਕਦਾ ਹਾਂ। ਇੱਕ ਇਤਨੇ ਨੂੰ ਜੁਲਹਾ ਆਪਣੀ ਬੀਵੀ ਨੂੰ ਜੋ ਕਮਲੀ ਹੋ ਚੁੱਕੀ ਸੀ, ਮਾਫੀ ਮੰਗਣ ਲਈ ਆਇਆ। ਇੱਕ ਭਰੇ ਦਰਬਾਰ ਵਿੱਚ ਗੁਰੂ ਅੰਗਦ ਦੇਵ ਜੀ ਨੇ ਕਿਹਾ, ਤੁਸੀਂ ਅਮਰਦਾਸ ਦੀ ਬੜੀ ਨਿਰਾਦਰੀ ਕੀਤੀ ਹੈ, ਉਹ ਨਿਥਾਵੇਨ ਕਿਵੇਂ ਹਨ? ਇੱਕ ਉਹ ਤਾਂ ਨਿਥਾਵਿਆਂ ਦੀ ਥਾਂ, ਨਿਉਟਿਆਂ ਦੀ ਓਟ, ਨਿਪਤਿਆਂ ਦੀ ਪਤ, ਨਿਗਤਿਆਂ ਦੀ ਗਤ, ਨਿਤਰੀਆਂ ਦੀ ਧਿਰ, ਗਏ ਬੇਹੋੜ ਬੰਦੀ ਛੋੜ ਪੁਰਖਾ ਤੁਸੀਂ ਥਨ ਹੋ। ਇੱਕ ਕੁਝ ਦਿਨ ਮਗਰੋਂ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਗੋਇੰਦਵਾਲ ਵਸਾਣ ਦੀ ਆਗਿਆ ਦਿੱਤੀ। ਇੱਕ ਗੋਇੰਦਵਾਲ ਗੋਂਦੇ ਦੀ ਬਹੁਤ ਸਾਰੀ ਜ਼ਮੀਨ ਸੀ ਜਿੱਥੇ ਉਹ ਬਸਤੀ ਵਸਾਣਾ ਚਾਹੁੰਦਾ ਸੀ। ਇੱਕ ਬਸਤੀ ਬਹੁਤ ਸੋਹਣੀ ਸੀ, ਪੱਤਣ ਤੇ ਸੀ, ਵਸਦੀ ਤਾਂ ਸੀ ਪਰ ਭੂਤ ਪ੍ਰੇਤਾਂ ਦੇ ਡਰ ਤੋਂ ਫਿਰ ਉਜੜ ਜਾਂਦੀ। ਇੱਕ ਗੋਂਦੇ ਦੀ ਬੇਨਤੀ ਮੰਨ ਕੇ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਨਾਲ ਭੇਜਿਆ। ਇੱਕ ਆਗਿਆ ਨੂੰ ਸਿਰ ਮੱਥੇ ਮੰਨਿਆ, ਪਰ ਫਿਰ ਵੀ ਇਸ਼ਨਾਨ ਕਰਾਣ, ਕੱਪੜੇ ਧੋਣ ਤੇ ਲੰਗਰ ਦੀ ਸੇਵਾ ਜਾਰੀ ਰੱਖੀ। ਇੱਕ ਦਿਨੇ ਸੇਵਾ ਕਰਦੇ ਤੇ ਸ਼ਾਮ ਨੂੰ ਗੋਇੰਦਵਾਲ ਚਲੇ ਜਾਂਦੇ। ਇੱਕ ਅਖੀਰ ਕੁਝ ਚਿਰ ਮਗਰੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਗੋਇੰਦਵਾਲ ਟਿਕਣ ਦੀ ਆਗਿਆ ਦੇ ਦਿੱਤੀ। ਇੱਕ ਰੁਝੇਵੇ ਵੱਧਦੇ ਗਏ ਪਰ ਸੇਵਾ ਵਿੱਚ ਕੋਈ ਤੋਟ ਨਾ ਪੈਣ ਦਿੱਤੀ। ਇੱਕ ਗੁਰਗੱਦੀ ਇੱਕ ਦਿਨ ਜਨਵਰੀ 1552 ਵਿੱਚ ਜਦ ਗੁਰੂ ਅੰਗਦ ਦੇਵ ਜੀ ਨੂੰ ਲੱਗਾ ਕਿ ਉਹਨਾਂ ਦਾ ਸਮਾਂ ਨੇੜੇ ਆ ਗਿਆ ਹੈ ਤਾਂ ਪ੍ਰੇਮ, ਸਿਦਕ, ਕਾਲ, ਕਮਾਈ ਤੇ ਯੋਗਤਾ ਦੇ ਪੱਖੋਂ ਹੱਕਦਾਰ ਸਮਝ ਕੇ ਸੰਗਤ ਦੇ ਸਾਹਮਣੇ 5 ਪੈਸੇ ਤੇ ਨਾਰੀਅਲ ਰੱਖ ਕੇ ਅਰਦਾਸ ਕਰ ਮੱਥਾ ਟੇਕਿਆ। ਇੱਕ ਗੁਰਾਈ ਦੇ ਤਿਲਕ ਦਾ ਮਾਣ ਬਾਬਾ ਬੁੱਢਾ ਜੀ ਨੂੰ ਬਖਸ਼ਿਆ। ਇੱਕ ਕਿਸੇ ਨੂੰ ਚਿੱਤ ਚੇਤਾਵੀ ਨਹੀਂ ਸੀ ਕਿ ਗੁਰਗੱਦੀ ਦੇ ਵਾਰਿਸ ਗੁਰੂ ਅਮਰਦਾਸ ਜੀ ਹੋ ਸਕਦੇ ਹਨ। ਇਤਨੇ ਨਿਮਾਣੇ ਤੇ ਇਤਨੀ ਬਿਰਧ ਅਵਸਥਾ ਵਿੱਚ ਇੱਕ ਗੁਰੂ ਸਾਹਿਬ ਦੇ ਦੋਨੋਂ ਪੁੱਤਰ ਦਾਤੂ ਤੇ ਦਾਸ ਜੀ ਵੀ ਪੂਰੀ ਆਸ ਲਗਾਏ ਬੈਠੇ ਸੀ। ਇੱਕ ਸੰਗਤ ਨੇ ਹੁਕਮ ਮੰਨ ਕੇ ਗੁਰੂ ਅਮਰਦਾਸ ਅੱਗੇ ਸੀਸ ਨਿਵਾਇਆ ਪਰ ਪੁੱਤਰਾਂ ਨੇ ਅਜਿਹਾ ਕਰਨੋਂ ਨਾ ਕਰ ਦਿੱਤੀ। ਇੱਕ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮੋਣ ਤੋਂ ਬਾਅਦ ਗੁਰਗੱਦੀ ਦੀ ਪੱਗ ਦਾਸੂ ਨੂੰ ਬੰਨ੍ਹ ਦਿੱਤੀ। ਇੱਕ ਥੋੜੇ ਸਮੇਂ ਬਾਅਦ ਦਾਸੂ ਦਾ ਸਿਰ ਫਿਰ ਗਿਆ। ਇੱਕ ਮਾਤਾ ਖੀਵੀ ਦਾਸੂ ਨੂੰ ਗੁਰੂ ਸਾਹਿਬ ਕੋਲ ਲੈ ਗਈ, ਮਾਫੀ ਮੰਗੀ, ਗੁਰੂ ਸਾਹਿਬ ਨੇ ਮਾਫ ਕਰ ਦਿੱਤਾ ਤੇ ਅਸੀਸ ਦਿੱਤੀ। ਇੱਕ ਦਾਸੂ ਠੀਕ ਹੋ ਗਿਆ, ਫਿਰ ਉਸਨੇ ਕਦੀ ਕੋਈ ਬਖੇੜਾ ਖੜਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇੱਕ ਦਾਤੂ ਆਪਣੀ ਜਿੱਦ ਤੇ ਅੜਿਆ ਰਿਹਾ। ਇੱਕ ਗੁਰੂ ਅਮਰਦਾਸ ਜੀ ਦਾ ਵੱਧਦਾ ਪ੍ਰਤਾਪ ਦੇਖ ਕੇ ਕੁੜਦਾ ਰਹਿੰਦਾ। ਇੱਕ ਦਿਨ ਗੋਇੰਦਵਾਲ ਸਾਹਿਬ ਗਿਆ। ਇੱਕ ਗੁਰੂ ਸਾਹਿਬ ਸਿੰਘਾਸਨ ਤੇ ਬੈਠੇ ਸੀ, ਇੱਕ ਸਮਾਧੀ ਵਿੱਚ ਲੀਨ ਸੀ, ਬਰਦਾਸ਼ਤ ਨਹੀਂ ਕਰ ਸਕਿਆ, ਜਾਂ ਲੱਤ ਮਾਰੀ। ਗੁਰੂ ਸਾਹਿਬ ਨੇ ਨੇਤਰ ਖੋਲੇ, ਸੰਭਲੇ ਤੇ ਦਾਤੂ ਦੇ ਚਰਨ ਪਕੜ ਕੇ ਕਿਹਾ, ਸਾਡੀਆਂ ਬੁੱਢੀਆਂ ਹੱਡੀਆਂ ਸਖਤ ਹਨ, ਤੁਹਾਡੇ ਪੈਰ ਕੂਲੇ ਤੇ ਨਰਮ ਹਨ, ਕਿਤੇ ਚੋਟ ਤੇ ਨਹੀਂ ਆਈ। ਗੁਰੂ ਸਾਹਿਬ ਦੀ ਨਿਮਰਤਾ ਨੂੰ ਦਾਤੂ ਕਮਜ਼ੋਰੀ ਸਮਝ ਬੈਠਾ ਤੇ ਕਹਿਣ ਲਗਾ, ਗੱਦੀ ਦਾ ਹੱਕਦਾਰ ਮੈਂ ਹਾਂ, ਤੂੰ ਨਹੀਂ, ਤੂੰ ਸਾਡਾ ਚਾਕਰ ਹੈ, ਤੇਰੀ ਸੇਵਾ ਦੀ ਹੁਣ ਸਾਨੂੰ ਲੋੜ ਨਹੀਂ। ਇੱਕ ਤੂੰ ਜਾ, ਇੱਥੋਂ ਚਲਾ ਜਾ। ਇੱਕ ਸ਼ਾਂਤੀ, ਤਿਆਗ ਦੇ ਨਿਮਰਤਾ ਦੇ ਪੁੰਜ ਸਤਗੁਰ ਉੱਥੋਂ ਚਲੇ ਗਏ। ਇੱਕ ਚੁੱਪ ਚਪੀਤੇ ਬਿਨਾਂ ਕਿਸੇ ਨੂੰ ਦੱਸੇ ਆਪਣੇ ਪਿੰਡ ਵਿਸਾਰ ਕੇ ਪਹੁੰਚ ਗਏ। ਇੱਕ ਪਿੰਡੋਂ ਬਾਹਰ ਇੱਕ ਕੋਠੇ ਵਿੱਚ ਬੈਠ ਗਏ। ਇੱਕ ਅੰਦਰੋਂ ਕੁੰਡਾ ਲਗਾ ਲਿਆ। ਇੱਕ ਬਾਹਰ ਲਿਖ ਦਿੱਤਾ, ਜਿਹੜਾ ਕੋਈ ਦਰਵਾਜ਼ਾ ਖੋਲ ਕੇ ਅੰਦਰ ਆਉਣ ਦੀ ਕੋਸ਼ਿਸ਼ ਕਰੇਗਾ ਸਾਡਾ ਸਿੱਖ ਨਹੀਂ ਹੋਵੇਗਾ। ਇੱਕ ਅਖੀਰ ਸੰਗਤਾਂ ਵੱਡੀ ਭਾਲ ਪਿੱਛੋਂ ਬਾਬਾ ਬੁੱਢਾ ਜੀ ਦੀ ਅਗਵਾਈ ਹੇਠ ਬਸਾਰ ਕੇ ਪਹੁੰਚੀਆਂ। ਇੱਕ ਬਾਬਾ ਬੁੱਢਾ ਜੀ ਨੇ ਲਿਖਿਆ ਦੇਖਿਆ ਇੱਕ ਐਸੀ ਵਿਉਂਤ ਬਣਾਈ ਕਿ ਅਵਿਗਿਆ ਵੀ ਨਾ ਹੋਵੇ ਤੇ ਬੇਨਤੀ ਵੀ ਕੀਤੀ ਜਾ ਸਕੇ। ਇੱਕ ਕੋਠੇ ਦੇ ਚੜ੍ਹਦੇ ਪਾਸੇ ਕੰਧ ਵਿੱਚ ਸੰਨ ਲਗਾਈ ਤੇ ਜਾ ਅੰਦਰ ਮੱਥਾ ਟੇਕਿਆ। ਇੱਕ ਗੁਰੂ ਸਾਹਿਬ ਬਾਬਾ ਬੁੱਢਾ ਜੀ ਤੇ ਸੰਗਤਾਂ ਦਾ ਪ੍ਰੇਮ ਸਤਕਾਰ ਤੇ ਹਲੀਮੀ ਦੇਖ ਕੇ ਬੜੇ ਖੁਸ਼ ਹੋਏ ਤੇ ਸੰਗਤਾਂ ਦਾ ਹੁਕਮ ਮੰਨ ਮੁੜ ਗੋਇੰਦਵਾਲ ਆ ਕੇ ਪਹਿਲੇ ਵਰਗਾ ਦਰਬਾਰ ਲਗਾਉਣ ਲੱਗ ਪਏ। 22 ਸਾਲ ਗੁਰਗੱਦੀ ਤੇ ਰਹੇ, ਜਿਸ ਵਿੱਚ ਉਹਨਾਂ ਨੇ ਸਿੱਖੀ ਮਹਲ ਨੂੰ ਉਸਾਰਨ ਵੱਲ ਵਿਸ਼ੇਸ਼ ਧਿਆਨ ਦਿੱਤਾ। ਕਈ ਧਾਰਮਿਕ, ਸਮਾਜਿਕ ਸੁਧਾਰ ਕੀਤੇ ਤੇ ਸਿੱਖੀ ਦੇ ਰਾਹਾਂ ਨੂੰ ਮਜ਼ਬੂਤ ਕਰਨ ਲਈ ਕਈ ਢੰਗ ਅਪਣਾਏ। ਗੁਰੂ ਨਾਨਕ ਦੇਵ ਤੇ ਗੁਰੂ ਅੰਗਦ ਦੇਵ ਜੀ ਦੇ ਚਲਾਏ ਰਾਹਾਂ ਨੂੰ ਵਧੇਰੇ ਪੱਧਰਾ, ਸਾਫ਼, ਸੌਖਾ ਤੇ ਚੌੜਾ ਕਰਨ ਦਾ ਯਤਨ ਕੀਤਾ। ਆਪਣੀ ਬਾਣੀ ਦੁਆਰਾ ਗੁਰਮਤਿ ਦੇ ਸਿਧਾਂਤਾਂ ਨੂੰ ਵਧੇਰੇ ਸਪਸ਼ਟ ਤੇ ਸਰਲ ਬਣਾਇਆ। ਸਿੱਖ ਸੰਗਤ ਤੇ ਸਮਾਜ ਵਿੱਚ ਭਾਈਚਾਰੇ ਦੇ ਉਹ ਪੂਰਨੇ ਪਾਏ ਜੋ ਆਉਣ ਵਾਲੀਆਂ ਪੁਸ਼ਤਾਂ ਲਈ ਚਾਨਣ ਮੁਨਾਰਾ ਬਣ ਕੇ ਸਾਬਤ ਹੋਏ। ਉਹਨਾਂ ਦਾ ਆਪਣਾ ਜੀਵਨ ਬੜਾ ਪਵਿੱਤਰ, ਸਿੱਧਾ ਸਾਦਾ, ਸਿਧਾਂਤਿਕ, ਧਾਰਮਿਕ, ਸੇਵਾ ਸਿਮਰਨ, ਸਹਿਨਸ਼ੀਲਤਾ, ਦਇਆ ਤੇ ਪਿਆਰ ਦਾ ਨਮੂਨਾ ਸੀ। ਆਪ ਇੱਕ ਚੰਗੇ ਗ੍ਰਹਿਸਤੀ, ਸੁਚੀ ਤੇ ਸੱਚੀ ਕਿਰਤ ਤੇ ਗਰੀਬਾਂ, ਲੋੜਵੰਦਾਂ, ਦੀਨ ਦੁਖੀਆਂ ਦੀ ਸਹਾਇਤਾ ਕਰਨ ਵਾਲੇ ਸੀ। ਜੋੜ ਮੇਲੇ ਹੁਣ ਤੱਕ ਪ੍ਰਚਾਰ ਕਾਫੀ ਹੋ ਚੁੱਕਾ ਸੀ। ਉਹਨਾਂ ਨੇ ਸਾਲ ਵਿੱਚ 3 ਜੋੜ
ਮੇਲੇ ਨਿਯਤ ਕਰਕੇ ਗੁਰੂ ਨਾਨਕ ਦੀਆਂ ਸਿੱਖ ਸੰਗਤਾਂ ਨੂੰ ਇਕੱਠਾ ਕਰਨ ਦਾ ਉਪਰਾਲਾ ਕੀਤਾ। ਇੱਕ ਦੀਵਾਲੀ, ਵੈਸਾਖੀ ਤੇ ਮਾਘੀ ਵਾਲੇ ਦਿਨ ਗੋਇੰਦਵਾਲ ਸਾਹਿਬ ਵੱਡੀ ਗਿਣਤੀ ਵਿੱਚ ਸੰਗਤਾਂ ਜੁੜਦੀਆਂ, ਜਿਸ ਵਿੱਚ ਦੇਸ਼ ਦੇ ਕੋਨੇ ਤੋਂ ਆਈਆਂ ਸਮੱਸਿਆਵਾਂ ਦਾ ਪਾਰ ਉਤਾਰਾ ਕਰਨ ਦਾ ਯਤਨ ਕੀਤਾ ਜਾਂਦਾ ਸੀ। ਕੁਝ ਸਮੱਸਿਆਵਾਂ ਹਕੂਮਤ ਨਾਲ ਵੀ ਸੰਬੰਧਿਤ ਹੋਣਗੀਆਂ, ਜਿਸ ਦਾ ਬੇਖੌਫ ਹੋ ਕੇ ਕਹਿਣ ਸੁਣਨ ਤੇ ਉਸ ਦਾ ਹੱਲ ਕੱਢਣ ਦਾ ਉਪਰਾਲਾ ਕੀਤਾ ਜਾਂਦਾ। ਇੱਕ ਉਹ ਸਿੱਖ ਸੰਗਤ ਦੀ ਜਥੇਬੰਦੀ ਤੇ ਭਾਈਚਾਰਕ ਸਾਂਝਾ ਮਜ਼ਬੂਤ ਹੋਣ ਲੱਗੀ। ਇੱਕ ਲੰਗਰ ਪ੍ਰਥਾ ਹੁਣ ਗੋਇੰਦਵਾਲ ਸਾਹਿਬ ਵਿੱਚ ਖਡੂਰ ਸਾਹਿਬ ਵਾਂਗ ਰੌਣਕਾਂ ਲੱਗ ਗਈਆਂ। ਇੱਕ ਗੁਰੂ ਅਮਰਦਾਸ ਜੀ ਦਾ ਇੱਥੇ ਨਿਵਾਸ ਹੋਣ ਕਰਕੇ ਇਹ ਸਿੱਖੀ ਦਾ ਉਸ ਵੇਲੇ ਦਾ ਪ੍ਰਮੁੱਖ ਕੇਂਦਰ ਬਣ ਗਿਆ। ਇੱਕ ਸਵੇਰ ਤੋਂ ਸ਼ਾਮ ਤੱਕ ਕੀਰਤਨ, ਲੰਗਰ, ਵਿਚਾਰ, ਪਾਠ ਹੋਣ ਲੱਗੇ। ਇੱਕ ਦੂਰ ਦੂਰ ਤੋਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਤੇ ਵਿਚਾਰਾਂ ਨੂੰ ਸੁਣਨ ਆਉਂਦੀਆਂ। ਇੱਕ ਗੁਰੂ ਸਾਹਿਬ ਨੇ ਇੱਥੇ ਲੰਗਰ ਪ੍ਰਥਾ ਨੂੰ ਮਜ਼ਬੂਤ ਕਰਨ ਲਈ ਹੁਕਮ ਕੀਤਾ। ਪਹਿਲੇ ਪੰਗਤ ਪਾਛੇ ਸੰਗਤ। ਇੱਕ ਗੁਰੂ ਦਰਬਾਰ ਆਉਣ ਤੋਂ ਪਹਿਲਾਂ ਲੰਗਰ ਛਕਣਾ ਜ਼ਰੂਰੀ ਕਰ ਦਿੱਤਾ ਗਿਆ, ਜਿਸ ਦਾ ਮੁੱਖ ਉਦੇਸ਼ ਸੀ ਜਾਤ ਪਾਤ, ਛੂਤ ਊਚ ਨੀਚ ਦੀ ਭਾਵਨਾ ਤੋਂ ਉੱਪਰ ਉੱਠ ਕੇ ਮਨੁੱਖੀ ਏਕਤਾ, ਭਾਈਚਾਰੇ ਤੇ ਸਰਬ ਸਾਂਝੀਵਾਲਤਾ ਨੂੰ ਮਜ਼ਬੂਤ ਕਰਨਾ। ਇੱਕ ਇਸ ਨਾਲ ਸੰਗਤ ਦੇ ਪੰਗਤ ਵਿੱਚ ਇੱਕ ਡੂੰਘੀ ਸਾਂਝਾ ਪੈ ਗਈ। ਇੱਕ ਉਸ ਵਕਤ ਇੱਕ ਖਾਸ ਜ਼ਰੂਰਤ ਵਾਲਾ ਕੰਮ ਸੀ, ਜਿਸ ਵਕਤ ਮਨੁੱਖ ਦੇ ਪਰਛਾਵਾਂ ਪੈਣ ਤੇ ਪਿੱਟ ਜਾਂਦਾ ਸੀ। ਇੱਕ ਲੰਗਰ ਲੋਕਾਂ ਦੀ ਸਿਹਤ ਤੇ ਸਵਾਦ ਨੂੰ ਮੁੱਖ ਰੱਖ ਕੇ ਬਣਦਾ ਸੀ। ਇੱਕ ਗੁਰੂ ਸਾਹਿਬ ਆਪ ਚਾਹੇ ਅਲੂਣਾ ਉਗਰਾਹੀ ਖਾਂਦੇ ਸੀ, ਪਰ ਸੰਗਤ ਵਾਸਤੇ ਹਰ ਤਰ੍ਹਾਂ ਦੇ ਪਕਵਾਨ ਤੇ ਰਸ ਅੰਮ੍ਰਿਤ ਖੀਰ ਖਿਆਲੀ ਬਣਦੀ ਸੀ। ਇੱਕ ਵੱਧਦੀ ਫੁੱਲਦੀ ਸਿੱਖੀ, ਸਮਾਜਿਕ ਸੁਧਾਰ ਤੇ ਸਾਂਝੇ ਲੰਗਰ ਦੀ ਪਰੰਪਰਾਵਾਂ ਹਿੰਦੂ ਧਰਮ ਦੇ ਮੁਖੀ, ਕਾਜ਼ੀ, ਮੁਲਾਣੇ ਤੇ ਮੌਲਵੀਆਂ ਨੂੰ ਅਖਰ ਰਹੀਆਂ ਸੀ। ਉਹ ਬਹੁਤ ਔਖੇ ਹੋਏ। ਅਕਬਰ ਨੂੰ ਸ਼ਿਕਾਇਤ ਵੀ ਕੀਤੀ, ਜਿਸ ਦੀ ਚਰਚਾ ਲਈ ਭਾਈ ਜੇਠਾ ਜੀ ਨੂੰ ਲਾਹੌਰ ਭੇਜਿਆ ਗਿਆ। ਇੱਕ ਉਹਨਾਂ ਨੇ ਇਸ ਕਦਰ ਅਕਬਰ ਦੀ ਤਸੱਲੀ ਕਰਵਾਈ ਕਿ ਅਕਬਰ ਖੁਦ ਬੜੀ ਨਿਮਰਤਾ ਸਹਿਤ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਗੋਇੰਦਵਾਲ ਆਏ ਤੇ ਗੁਰੂ ਦਰਬਾਰ ਵਿੱਚ ਆਉਣ ਤੇ ਪਹਿਲੇ ਬੜੇ ਪਿਆਰ ਤੇ ਸ਼ਰਧਾ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਵੀ ਛਕਿਆ। ਇੱਕ ਉਹ ਇਤਨਾ ਖੁਸ਼ ਹੋਇਆ ਕਿ ਚੋਖੀ ਮਾਇਆ ਤੇ ਜਗੀਰਾਂ ਭੇਟ ਕਰਨ ਲਈ ਬੇਨਤੀ ਕੀਤੀ, ਪਰ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ, ਇਹ ਕਹਿ ਕੇ ਕਿ ਇਹ ਸਾਡਾ ਨਹੀਂ, ਸੰਗਤ ਦਾ ਉਪਰਾਲਾ ਹੈ। ਅਕਬਰ ਨੇ ਬਹੁਤ ਮਜਬੂਰ ਕੀਤਾ, ਪਰ ਜਦ ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ, ਮੈਂ ਨਹੀਂ ਚਾਹੁੰਦਾ ਕਿ ਲੰਗਰ ਕਿਸੇ ਇੱਕ ਆਦਮੀ ਦੇ ਸਹਾਰੇ ਚਲੇ, ਇਹ ਸੰਗਤ ਦਾ ਹੈ ਤੇ ਸੰਗਤ ਹੀ ਇਸ ਨੂੰ ਚਲਾਏਗੀ। ਇੱਕ ਅਖੀਰ ਉਸਨੇ ਮਾਤਾ ਪਾਨੀ ਨੂੰ ਆਪਣੀ ਬੱਚੀ ਕਹਿ ਕੇ 22 ਪਿੰਡਾਂ ਚਬਾਲ ਦਾ ਇਲਾਕਾ ਉਸਦੇ ਨਾਂ ਲਗਾ ਦਿੱਤਾ। ਇੱਕ ਅਕਾਲ ਤੋਂ ਪੀੜਤ ਕਿਸਾਨਾਂ ਨੂੰ ਟੈਕਸ ਤੋਂ ਛੂਟ ਦੇ ਦਿੱਤੀ। 1563 ਵਿੱਚ ਅਕਬਰ ਨੇ ਯਾਤਰਾ ਟੈਕਸ ਨੂੰ, ਜੋ ਫਿਰੋਜ਼ ਸ਼ਾਹ ਤੁਗਲਕ ਵੇਲੇ ਦਾ ਲਗਾ ਹੋਇਆ ਸੀ, ਮਾਫ ਕਰ ਦਿੱਤਾ। ਇੱਕ ਗੋਇੰਦਵਾਲ ਸਾਹਿਬ ਵਿੱਚ ਬੌਲੀ ਲੰਗਰ ਜਾਤ ਪਾਤ ਨੂੰ ਖਤਮ ਕਰਨ ਦਾ ਇੱਕ ਤਕੜਾ ਉਦਮ ਸੀ, ਜਿਸ ਨੂੰ ਮੰਨਣ ਵਾਲਿਆਂ ਦੀ ਇੱਕ ਤਕੜੀ ਸੰਗਤ ਬਣ ਗਈ, ਪਰ ਵਿਰੋਧੀ ਵੀ ਉੱਥੇ ਸਨ। ਇੱਕ ਉਹਨਾਂ ਨੇ ਸਿੱਖਾਂ ਨੂੰ ਖੂਹ ਤੋਂ ਪਾਣੀ ਭਰਨ ਦੀ ਮਨਾਹੀ ਕਰ ਦਿੱਤੀ। ਇੱਕ ਬਹੁਤ ਰੁਕਾਵਟਾਂ ਪਾਈਆਂ, ਕਈ ਵਾਰ ਘੜੇ ਵੀ ਭੰਨ ਦਿੱਤੇ। ਇੱਕ ਗੁਰੂ ਸਾਹਿਬ ਨੇ ਜਾਤ ਪਾਤ ਦੇ ਵੰਡ ਵਿਤਕਰੇ ਨੂੰ ਖਤਮ ਕਰਨ ਲਈ ਗੋਇੰਦਵਾਲ ਸਾਹਿਬ ਇੱਕ ਵੱਡੇ ਪੈਮਾਨੇ ਤੇ 84 ਪੌੜੀਆਂ ਵਾਲੀ ਬਾਉਲੀ ਬਣਵਾਈ। ਇੱਕ ਟੱਕ ਬਾਬਾ ਬੁੱਢਾ ਜੀ ਨੇ ਲਗਾਇਆ, ਇੱਕ ਜਿਸ ਦਾ ਜਲ ਅਟੁੱਟ ਸੀ, ਜਿਸ ਵਿੱਚ ਹਰ ਇੱਕ ਨੂੰ ਪਾਣੀ ਭਰਨ ਦੀ, ਇਸ਼ਨਾਨ ਕਰਨ ਦੀ ਖੁੱਲ੍ਹ ਸੀ। ਇੱਕ ਮਾਲ ਡੰਗਰਾਂ ਤੇ ਖੇਤੀ ਵਾਸਤੇ ਇੱਕ ਵੱਡਾ ਖੂਹ ਵੀ ਬਣਵਾਇਆ, ਜਿੱਥੇ ਹਰਟ ਚਲਵਾਏ। ਇੱਕ ਗੋਇੰਦਵਾਲ ਸਾਹਿਬ ਸਿੱਖਾਂ ਦਾ ਪਹਿਲਾ ਕੇਂਦਰ ਤੇ ਤੀਰਥ ਅਸਥਾਨ ਬਣ ਗਿਆ। ਇੱਕ ਅੰਮ੍ਰਿਤਸਰ ਵਸਾਣਾ ਦੂਜੀ ਮਹੱਤਵਪੂਰਨ ਉਸਾਰੀ ਅੰਮ੍ਰਿਤਸਰ ਦੀ ਹੈ, ਇੱਕ ਜੋ ਉਹਨਾਂ ਦੀ ਸਿੱਖੀ ਨੂੰ ਮਹਾਨ ਦੇਣ ਹੈ। ਰਾਮਦਾਸ ਜੀ ਨੂੰ ਅੰਮ੍ਰਿਤਸਰ ਸ਼ਹਿਰ ਵਸਾਉਣ ਦਾ ਹੁਕਮ ਦਿੱਤਾ, ਜੋ ਸਿੱਖਾਂ ਦਾ ਬਾਅਦ ਵਿੱਚ ਸਿੱਖੀ ਦਾ ਮੁੱਖ ਕੇਂਦਰ ਬਣਿਆ ਤੇ ਇਸ ਵਿੱਚ ਹਰਿਮੰਦਰ ਸਾਹਿਬ ਦੀ ਉਸਾਰੀ ਤੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਨਾਲ ਸਦਾ ਲਈ ਪਵਿੱਤਰ ਤੇ ਅਮਰ ਹੋ ਗਿਆ। ਇੱਕ ਗੁਮਟਾਲਾ, ਤੁੰਗ, ਸੁਲਤਾਨਵਿੰਡ ਤੇ ਗਿਲਵਾਨੀ ਪਿੰਡਾਂ ਦੇ ਮੁਖੀਆਂ ਨੂੰ ਇਕੱਠਾ ਕਰਕੇ ਜ਼ਮੀਨ ਖਰੀਦੀ ਤੇ 1570 ਈਸਵੀ ਵਿੱਚ ਮੋੜੀ ਗੜਵਾ ਕੇ ਇਸ ਦਾ ਨਾਂ ਗੁਰੂ ਕਾ ਚੱਕ ਰੱਖ ਦਿੱਤਾ। ਇੱਕ ਇਸ ਦੀ ਉਸਾਰੀ ਦਾ ਕੰਮ ਭਾਈ ਜੇਠਾ ਜੀ ਦੀ ਨਿਗਰਾਨੀ ਹੇਠ ਹੋਇਆ। ਇੱਕ ਇਸਤਰੀ ਦਾ ਦਰਜਾ ਗੁਰੂ ਅਮਰਦਾਸ ਕ੍ਰਾਂਤੀਕਾਰੀ ਤੇ ਸਮਾਜ ਸੁਧਾਰਕ ਵੀ ਸਨ। ਇੱਕ ਆਪਣੇ ਬੜੇ ਸੁਚੱਜੇ ਢੰਗ ਨਾਲ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਆਵਾਜ਼ ਉਠਾਈ ਤੇ ਲੋਕਾਂ ਨੂੰ ਜਥੇਬੰਦ ਕੀਤਾ। ਇੱਕ ਪੁਰਾਤਨ ਕਾਲ ਵਿੱਚ ਇਸਤਰੀ ਦਾ ਦਰਜਾ ਬਹੁਤ ਨੀਵਾਂ ਸਮਝਿਆ ਜਾਂਦਾ ਸੀ। ਇੱਕ ਜੈਨੀ ਖੁੱਲੇ ਤੌਰ ਤੇ ਪ੍ਰਚਾਰ ਕਰਦੇ ਸਨ ਕਿ ਇਸਤਰੀ ਕਦੀ ਰੱਬ ਨਾਲ ਇੱਕਮਿਕ ਨਹੀਂ ਹੋ ਸਕਦੀ। ਇੱਕ ਯੂਨਾਨੀ ਇਸਤਰੀ ਨੂੰ ਨਾ ਮੁਕੰਮਲ ਸ਼ੈ ਆਖਦੇ ਹਨ। ਇੰਗਲੈਂਡ ਵਿੱਚ ਔਰਤ ਨੂੰ ਪਰਮਾਤਮਾ ਦੀ ਮਜ਼ੇਦਾਰ ਗਲਤੀ ਕਿਹਾ ਜਾਂਦਾ ਹੈ। ਇੱਕ ਬੁੱਧ ਧਰਮ ਵਿੱਚ ਇੱਥੋਂ ਤੱਕ ਲਿਖਿਆ ਹੈ ਕਿ ਜੇ ਔਰਤ ਨਦੀ ਵਿੱਚ ਗੋਤੇ ਖਾ ਰਹੀ ਹੋਵੇ, ਭਾਵੇਂ ਉਸ ਦੀ ਮੌਤ ਹੀ ਕਿਉਂ ਨਾ ਹੋ ਜਾਵੇ,
ਕੋਈ ਵੀ ਨਰ ਭਿਕਸ਼ੂ ਉਸ ਨੂੰ ਬਚਾਉਣ ਦਾ ਹੀਲਾ ਤੱਕ ਨਾ ਕਰੇ। ਇੱਕ ਰਾਮ ਨੂੰ ਜੋ ਉਸ ਨੂੰ ਧਰਮ ਵਿੱਚ ਦਾਖਲ ਹੀ ਨਹੀਂ ਕਰਦੇ, ਕਿਉਂਕਿ ਉਹ ਰਿਸ਼ੀਆਂ ਮੁਨੀਆਂ ਦੀ ਇਬਾਦਤ ਨਸ਼ਟ ਕਰ ਦਿੰਦੀ ਹੈ। ਇੱਕ ਸਿਰਫ ਸਿੱਖ ਧਰਮ ਹੀ ਐਸਾ ਧਰਮ ਹੈ ਜਿਸ ਵਿੱਚ ਇਸਤਰੀ ਨੂੰ ਮਰਦ ਦੇ ਬਰਾਬਰ ਥਾਂ ਦਿੱਤੀ ਗਈ ਹੈ। ਇੱਕ ਗੁਰੂ ਨਾਨਕ ਸਾਹਿਬ ਨੇ ਇਸਤਰੀ ਬਾਰੇ ਲਿਖਿਆ ਹੈ, ਇੱਕ ਸੋ ਕਿਉ ਮੰਦਾ ਆਖੀਏ ਜਿਤ ਜਮੇ ਰਾਜਾ ਨੂੰ। ਗੁਰੂ ਨਾਨਕ ਸਾਹਿਬ ਨੇ ਇਸਤਰੀ ਜਾਤੀ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਤੇ ਉਸ ਨੂੰ ਬੁਰਾ, ਨੀਵਾਂ ਜਾਂ ਕਮਤਰ ਸਮਝਣ ਦਾ ਖੰਡਨ ਕੀਤਾ। ਇੱਕ ਗੁਰੂ ਨਾਨਕ ਦੇਵ ਜੀ ਨੇ ਇਸ ਲਹਿਰ ਨੂੰ ਸ਼ੁਰੂ ਕੀਤਾ। ਇੱਕ ਉਸ ਤੋਂ ਪਿੱਛੋਂ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੇ ਬਾਕੀ ਸਭ ਗੁਰੂਆਂ ਨੇ ਇਸ ਨੂੰ ਮਜ਼ਬੂਤ ਕੀਤਾ। ਇੱਕ ਗੁਰੂ ਅੰਗਦ ਦੇਵ ਜੀ ਨੇ ਮਾਤਾ ਖੀਵੀ ਨੂੰ ਲੰਗਰ ਦੇ ਮੁਖੀ ਦੀ ਸੇਵਾ ਬਖਸ਼ ਕੇ ਇਸਤਰੀ ਜਾਤੀ ਦਾ ਮਾਣ ਵਧਾਇਆ। ਇੱਕ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਵਿੱਚੋਂ 2 ਮੰਜੀਆਂ 55 ਪੀੜ੍ਹੀਆਂ ਦਾ ਮੁਖੀਆ ਬੀਬੀਆਂ ਨੂੰ ਬਣਾਇਆ। ਇੱਕ ਗੁਰੂ ਸਾਹਿਬ ਨੇ ਇਸਤਰੀ ਤੇ ਪੁਰਸ਼ ਦਾ ਵਿਵਾਹ ਖਾਲੀ ਸਰੀਰਕ ਨਹੀਂ ਬਲਕਿ ਆਤਮਿਕ ਤੇ ਬਰਾਬਰ ਦੀ ਸਾਂਝਾ ਕਰਾਰ ਦੇ ਕੇ ਉੱਚਾ ਤੇ ਸੁੱਚਾ ਬਣਾਇਆ। ਇੱਕ ਦੂਸਰੇ ਦੀਆਂ ਧੀਆਂ ਭੈਣਾਂ ਨੂੰ ਇੱਜ਼ਤ ਨਾਲ ਦੇਖਣਾ ਸਿੱਖੀ ਦਾ ਮੁੱਢਲਾ ਅਸੂਲ ਰਿਹਾ, ਜਿਸ ਨੇ ਸਿੱਖੀ ਆਚਰਣ ਨੂੰ ਖੰਦਕੇ ਜ਼ਿਲਤ ਵਿੱਚੋਂ ਕੱਢ ਕੇ ਇੱਕ ਨਵੇਂ ਤੇ ਵੱਖਰੇ ਮੁਕਾਮ ਤੇ ਖੜਾ ਕਰ ਦਿੱਤਾ। ਇੱਕ ਗੁਰੂ ਅਮਰਦਾਸ ਨੇ ਇਸਤਰੀ ਜਾਤੀ ਵਾਸਤੇ ਕਈ ਠੋਸ ਕਦਮ ਚੁੱਕੇ। ਇੱਕ ਪਰਦੇ ਦੀ ਰਸਮ ਨੂੰ ਖਤਮ ਕੀਤਾ। ਉਹਨਾਂ ਨੇ ਫਰਮਾਇਆ, ਪਰਦਾ ਗੁਲਾਮੀ ਦੀ ਨਿਸ਼ਾਨੀ ਹੈ। ਇੱਕ ਇੱਜ਼ਤ ਲੈਣ ਦੇਣ ਦਾ ਇਸ ਨਾਲ ਕੋਈ ਸਬੰਧ ਨਹੀਂ। ਇੱਕ ਦਰਬਾਰ ਵਿੱਚ ਇਸਤਰੀਆਂ ਨੂੰ ਪਰਦਾ ਕਰਕੇ ਆਉਣ ਦਾ ਹੁਕਮ ਨਹੀਂ ਸੀ। ਉਹਨਾਂ ਨੂੰ ਸੰਗਤ ਵਿੱਚ ਆਜ਼ਾਦੀ ਨਾਲ ਸੇਵਾ ਕਰਨ ਦੀ ਖੁੱਲ੍ਹ ਸੀ। ਇੱਕ ਵਿਧਵਾ ਨੂੰ ਵਿਆਹ ਕਰਨ ਦੀ ਖੁੱਲ੍ਹ ਦਿੱਤੀ। ਇੱਕ ਕਈਆਂ ਜਵਾਨ ਇਸਤਰੀਆਂ ਦੇ ਵਿਵਾਹ ਕਰਵਾਏ ਤੇ ਉਹਨਾਂ ਦੇ ਜੀਵਨ ਦੀਆਂ ਖੁਸ਼ੀਆਂ ਬਹਾਲ ਕਰਵਾਈਆਂ। ਇੱਕ ਉਸ ਵਕਤ ਲੜਕੀਆਂ ਨੂੰ ਲੋਕ ਜੰਮਦਿਆਂ ਹੀ ਮਾਰ ਦਿੰਦੇ ਜਾਂ ਟੋਇਆ ਖੱਟ ਕੇ ਉਸ ਵਿੱਚ ਦੱਬ ਦਿੰਦੇ। ਇੱਕ ਗੁਰੂ ਸਾਹਿਬ ਨੇ ਇਸ ਕੁਰੀਤੀ, ਜੋ ਕਿ ਕਾਦਰ ਤੇ ਕੁਦਰਤ ਦੀ ਨਿਰਾਦਰੀ ਸੀ, ਬੜੀ ਸਖਤੀ ਨਾਲ ਵਿਰੋਧ ਕੀਤਾ ਤੇ ਸਿੱਖਾਂ ਵਿੱਚ ਬੰਦ ਕਰਨ ਦਾ ਹੁਕਮ ਦਿੱਤਾ। ਇੱਕ ਸਤੀ ਪ੍ਰਥਾ ਇਸਤਰੀ ਲਈ ਵੱਡੀ ਲਾਨਤ ਸੀ। ਇੱਕ ਇਸਤਰੀ ਦੀ ਮਰਜ਼ੀ ਦੇ ਖਿਲਾਫ ਉਸ ਨੂੰ ਮਲੋ ਮਲੀਪਤੀ ਨਾਲ ਸੜਨ ਲਈ ਜਲਦੀ ਚਿਖਾ ਵਿੱਚ ਸੁੱਟ ਦਿੱਤਾ ਜਾਂਦਾ। ਇਸ ਤੋਂ ਵੱਡਾ ਜ਼ੁਲਮ ਕੀ ਹੋ ਸਕਦਾ ਹੈ। ਇੱਕ ਸਤੀ ਰਸਮ ਦੇ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ ਤੇ ਇਸ ਨੂੰ ਖਾਸ ਕਰਕੇ ਪੰਜਾਬ ਤੇ ਪੰਜਾਬ ਦੇ ਸਿੱਖਾਂ ਨੂੰ ਇਸ ਰਸਮ ਨੂੰ ਬੰਦ ਕਰਨ ਦਾ ਹੁਕਮ ਦਿੱਤਾ। ਇੱਕ ਸਤੀਆਂ ਇਹ ਨਾ ਆਖੀਆਂ ਨੇ ਜੋ ਮੜੀਆਂ ਲਗੇ ਜਲਨ ਨੇ, ਨਾਨਕ ਸਤੀਆਂ ਜਾਣੀਆਂ ਨੇ ਜੇ ਬਿਰਹੇ ਚੋਟ ਮਰਨ ਨੇ, ਭੀ ਸੋ ਸਤੀਆਂ ਜਾਣੀਆਂ ਨੇ ਸੀਲ ਸੰਤੋਖ ਰਨਹਨ ਨੇ, ਸੇਵਨੇ ਸਾਈ ਆਪਣਾ ਨਿੱਤੇ ਉੱਠੇ ਸਮਾਲਨ ਨੇ। ਨਸ਼ਿਆਂ ਵਿਰੁੱਧ ਪ੍ਰਚਾਰ ਕੀਤਾ। ਇੱਕ ਲੋਕਾਂ ਨੂੰ ਜਨਮ ਮਰਨ ਤੇ ਵਿਆਹ ਦੇ ਸੰਸਕਾਰਾਂ, ਗ੍ਰਹਿ ਮਹੂਰਤਾਂ ਤੇ ਗੁੰਝਲਦਾਰ ਰਸਮਾਂ ਤੋਂ ਕੱਢ ਕੇ ਸੰਖੇਪ ਤੇ ਆਜ਼ਾਦ ਕੀਤਾ, ਜਿਸ ਨਾਲ ਸਿੱਖੀ ਨੂੰ ਆਤਮਿਕ ਤੌਰ ਤੇ ਇੱਕ ਅਲੱਗ ਪਹਿਚਾਨ ਮਿਲੀ, ਜਿਸ ਦਾ ਸਰੀਰਕ ਰੂਪ ਗੁਰੂ ਗੋਬਿੰਦ ਸਿੰਘ ਨੇ 1699 ਵਿੱਚ ਖਾਲਸੇ ਦੀ ਸਾਜਨਾ ਕਰਕੇ ਦਿੱਤਾ। ਇੱਕ ਕਰਮ ਕਾਂਡ ਸੰਨ 1553 ਵਿੱਚ ਗੁਰੂ ਸਾਹਿਬ ਫਿਰ ਤੀਰਥ ਯਾਤਰਾ ਲਈ ਗੰਗਾ, ਯਮਨਾ ਤੇ ਕੁਰਕਸ਼ੇਤਰ ਆਦਿ ਹਿੰਦੂ ਤੀਰਥਾਂ ਤੇ ਗਏ। ਇੱਕ ਪਰ ਇਸ ਵਾਰੀ ਕੋਈ ਅਧਿਆਤਮਿਕ ਮਕਸਦ ਨਹੀਂ ਸੀ, ਬਲਕਿ ਲੋਕਾਂ ਦੇ ਵਹਿਮ ਭਰਨ ਤੇ ਕਰਮ ਕਾਂਡ ਦੇ ਜਾਲ ਨੂੰ ਤੋੜਨ ਵਾਸਤੇ। ਇੱਕ ਸੰਗਤਾਂ ਸਮੇਤ ਗੋਇੰਦਵਾਲ ਤੋਂ ਬਿਆਸਾ ਪਾਰ ਕਰਕੇ ਦੁਆਬੇ ਵਿੱਚ ਨੂਰ ਮਹਲ ਆ ਟਿਕੇ। ਇੱਥੇ ਅਨੇਕ ਸਿੱਖ ਗੁਰੂ ਸਾਹਿਬ ਦੀ ਸੰਗਤ ਵਿੱਚ ਇਸ ਮੁਹਿੰਮ ਦੇ ਜਾਣ ਲਈ ਇਕੱਠੇ ਹੋਏ। ਇੱਕ ਜਦ ਸਿੱਖ ਸੰਗਤਾਂ ਤੋਂ ਯਾਤਰਾ ਟੈਕਸ ਮੰਗਿਆ ਤਾਂ ਗੁਰੂ ਸਾਹਿਬ ਨੇ ਸਾਫ਼ ਇਨਕਾਰ ਕਰ ਦਿੱਤਾ, ਇਹ ਕਹਿ ਕੇ ਕਿ ਇਹ ਟੈਕਸ ਧਰਮ ਕਰਮ ਵਿੱਚ ਵਿਘਨ ਤੇ ਹਿੰਦੂ ਮੁਸਲਮਾਨਾਂ ਵਿੱਚ ਦੀਵਾਰ ਖੜੀ ਕਰਦਾ ਹੈ। ਇੱਕ ਕੁਰਕਸ਼ੇਤਰ ਪਹੁੰਚ ਕੇ ਸੂਰਜ ਗ੍ਰਹਿਣ ਨਾਲ ਸਦੀਆਂ ਤੋਂ ਜੁੜੇ ਕਰਮ ਕਾਂਡਾਂ ਦਾ ਖੰਡਨ ਕੀਤਾ। ਇੱਕ ਸਮਾਜਿਕ ਕੁਰੀਤੀਆਂ ਤੇ ਟਿੱਪਣੀ ਕੀਤੀ, ਖਾਸ ਕਰਕੇ ਦੀਵਾ ਜਗਾਣਾ, ਪਿੰਡ ਪਤਲ, ਬਬਾਨ ਕੱਢਣਾ, ਘੜਾ ਭੰਨਣਾ, ਅਸਥਿਆਨ ਗੰਗਾ ਪ੍ਰਵਾਹ ਕਰਨੀਆਂ ਆਦਿ ਨੂੰ ਕਰਮਕਾਂਡ ਦੱਸਿਆ। ਇੱਕ ਕਰਮਾਂ ਦੇ ਆਧਾਰ ਤੇ ਮਨੁੱਖ ਦੀ ਗਤੀ ਹੁੰਦੀ ਹੈ, ਇਸ ਕਰਕੇ ਸਹੀ ਕਰਮ ਕਰਨ ਦਾ ਉਪਦੇਸ਼ ਦਿੱਤਾ। ਇੱਕ ਫਿਰ ਥਨੇਸਰ ਕਰਨਾਲ ਤੋਂ ਹੁੰਦੇ ਪਾਨੀਪਤ ਆਏ। ਇੱਕ ਉਦਾਸੀ ਮਤ ਗੁਰੂ ਸਾਹਿਬ ਨੇ ਸਿੱਖ ਮਤ ਨੂੰ ਉਦਾਸੀ ਮਤ ਤੋਂ ਅੱਡ ਕਰਨ ਦਾ ਉਪਰਾਲਾ ਕੀਤਾ। ਇੱਕ ਬਾਬਾ ਸ੍ਰੀ ਚੰਦ ਨੇ ਉਦਾਸੀ ਮਤ ਦੀ ਨੀਂਹ ਰੱਖੀ। ਇੱਕ ਗੁਰੂ ਨਾਨਕ ਦੇਵ ਜੀ ਤੇ ਬੇਟੇ ਹੋਣ ਕਰਕੇ ਉਹਨਾਂ ਦਾ ਵੀ ਇੱਜ਼ਤ ਰਸੂਖ ਤਾਂ ਸੀ। ਇੱਕ ਗੁਰੂ ਅਮਰਦਾਸ ਵਕਤ ਇਸ ਮਤ ਨੇ ਫਿਰ ਇੱਕ ਵਾਰੀ ਜ਼ੋਰ ਪਕੜ ਲਿਆ। ਇੱਕ ਗੁਰੂ ਸਾਹਿਬ ਨੇ ਪੂਰੀ ਤਾਕਤ, ਸਿਆਣਪ ਤੇ ਸੂਝ ਬੂਝ ਨਾਲ ਵਕਤ ਨੂੰ ਸੰਭਾਲਿਆ। ਇੱਕ ਗ੍ਰਹਿਸਥੀ ਜੀਵਨ ਵਿੱਚ ਰਹਿ ਕੇ ਆਪਣੇ ਆਪ ਨੂੰ ਅਕਾਲ ਪੁਰਖ ਨਾਲ ਜੋੜੋ। ਇੱਕ ਕਿਰਤ ਕਰਨਾ, ਵੰਡ ਕੇ ਛਕਣ ਤੇ ਸਿਮਰਨ ਕਰਨ ਦੇ ਉਪਦੇਸ਼ ਦਿੱਤੇ। ਇੱਕ ਉਹਨਾਂ ਨੇ ਸਮਝਾਇਆ ਕਿ ਨਾਮ ਪਾ ਕੇ ਰੋਜ਼ੀ ਲਈ ਗ੍ਰਹਿਸਥੀਆਂ ਦੇ ਦਰ ਤੇ ਭਟਕਣਾ ਪਵੇ, ਉਹਨਾਂ ਦੀ ਕਮਾਈ ਤੇ ਆਪਣਾ ਪੇਟ ਪਾਲਣਾ ਪਵੇ ਤਾਂ ਉਹ ਨਾਮ ਅਧੂਰਾ ਹੈ ਤੇ ਮਾਇਆ ਦੁਨੀਆ ਦੇ ਸੁੱਖ ਆਰਾਮ ਹਾਸਲ ਕਰਕੇ ਪ੍ਰਭ ਨੂੰ ਵਿਸਰ ਜਾਣਾ ਵੀ ਵਿਅਰਥ ਹੈ। ਇੱਕ ਦੋਨੋਂ ਦਾ ਸੁਮੇਲ ਹੀ ਅਸਲੀ ਜੀਵਨ ਹੈ। ਇੱਕ ਮਨ ਰੇ ਗ੍ਰਹਿ ਮੈਂ ਉਦਾਸਾ। ਇੱਕ ਉਹਨਾਂ ਨੇ ਗੁਰੂ ਨਾਨਕ ਦਾ ਰਾਹ ਸਮਝਾਇਆ। ਇੱਕ ਗੁਰੂ ਅਮਰਦਾਸ ਨੇ ਗ੍ਰਹਿਸਥੀ ਸਿੱਖਾਂ ਨੂੰ ਬਾਬਾ ਸ੍ਰੀ ਚੰਦ ਦੇ ਧਰਮ ਤੋਂ ਅੱਡ ਕਰ ਦਿੱਤਾ ਤੇ ਅਲੋਪ ਹੋਣ ਤੋਂ ਬਚਾ ਲਿਆ। ਇੱਕ ਸਿੱਖੀ ਪ੍ਰਚਾਰ ਸਿੱਖ ਜਥੇਬੰਦੀ ਨੂੰ ਪੱਕੇ ਪੈਰਾਂ ਤੇ ਖੜੇ ਕਰਨ ਦਾ ਮਾਣ ਗੁਰੂ ਅਮਰਦਾਸ ਜੀ ਨੂੰ ਮਿਲਿਆ। ਇੱਕ ਸਿੱਖਾਂ ਦੀ ਗਿਣਤੀ ਪ੍ਰਚਾਰ ਸਦਕਾ ਦਿਨੋਂ
ਦਿਨ ਵਧ ਰਹੀ ਸੀ ਤੇ ਪੂਰੇ ਹਿੰਦੁਸਤਾਨ ਵਿੱਚ ਫੈਲ ਰਹੀ ਸੀ। ਇੱਕ ਗੁਰੂ ਅਮਰਦਾਸ ਨੇ ਸਾਰੇ ਸਿੱਖ ਜਗਤ ਨੂੰ 22 ਹਿੱਸਿਆਂ ਵਿੱਚ ਵੰਡਿਆ, ਜਿਨ੍ਹਾਂ ਨੂੰ ਮੰਜੀਆਂ ਕਿਹਾ ਜਾਂਦਾ ਸੀ। ਇੱਕ ਹੌਲੀ-ਹੌਲੀ ਇਹਨਾਂ ਮੰਜੀਆਂ ਦੀ ਜ਼ਿੰਮੇਵਾਰੀ ਸਿੱਖੀ ਪ੍ਰਚਾਰ ਦੀ ਚੋਣਵੇਂ ਸਿੱਖਾਂ ਨੂੰ ਦਿੱਤੀ, ਜਿਨ੍ਹਾਂ ਨੇ ਦੂਰ ਦੁਰਾਡੇ ਇਲਾਕਿਆਂ ਵਿੱਚ ਸਿੱਖੀ ਪ੍ਰਚਾਰ ਤੇ ਪ੍ਰਸਾਰ ਕੀਤਾ। ਇੱਕ 22 ਮੰਜੀਆਂ, ਜਿਨ੍ਹਾਂ ਵਿੱਚੋਂ 2 ਮੰਜੀਆਂ ਯੋਗ ਬੀਬੀਆਂ ਨੂੰ ਦੇ ਕੇ ਇਸਤਰੀ ਜਾਤੀ ਦਾ ਮਾਣ ਵਧਾਇਆ। ਇੱਕ ਕਪੂਰਥਲਾ ਵਿੱਚ ਇੱਕ ਮੰਜੀ ਇੱਕ ਮੁਸਲਮਾਨ ਅਲਾਯਾਰ ਖਾਨ ਪਠਾਨ ਨੂੰ ਦੇ ਕੇ ਧਰਮਾਂ ਵਿੱਚ ਵਿਥ ਮਿਟਾਉਣ ਦਾ ਉਪਰਾਲਾ ਕੀਤਾ। ਇੱਕ ਧਰਮਸਾਲ ਵਿੱਚ ਆਮ ਸੰਗਤ ਜ਼ਮੀਨ ਤੇ ਸਫ਼ ਵਿਛਾ ਕੇ ਬੈਠਦੀ ਤੇ ਪ੍ਰਚਾਰਕ ਮੰਜੀ ਤੇ ਬੈਠ ਕੇ ਪ੍ਰਚਾਰ ਕਰਦੇ ਸਨ। ਇੱਕ ਜਿਨ੍ਹਾਂ ਨੂੰ ਮੰਜੀਦਾਰ, ਮਨਸਦ ਤੇ ਹੌਲੀ-ਹੌਲੀ ਮਸੰਦ ਕਹਿਣ ਲੱਗੇ। ਇਹ ਮਸੰਦ ਵਧੇਰੇ ਪੰਜਾਬ ਵਿੱਚ ਹੀ ਸਨ। ਪਰ ਹੌਲੀ-ਹੌਲੀ ਇਹ ਪੂਰੇ ਹਿੰਦੁਸਤਾਨ ਤੇ ਹਿੰਦੁਸਤਾਨ ਦੀਆਂ ਸਰਹੱਦਾਂ ਪਾਰ ਕਰਕੇ ਦੂਰ-ਦੂਰ ਤੱਕ ਫੈਲ ਗਏ। ਕਹਿੰਦੇ ਹਨ ਕਿ ਗੁਰੂ ਅਰਜਨ ਸਾਹਿਬ ਵੇਲੇ ਤੱਕ ਹਿੰਦੁਸਤਾਨ ਵਿੱਚ ਕੋਈ ਇਲਾਕਾ ਅਜਿਹਾ ਨਹੀਂ ਸੀ ਜਿੱਥੇ ਕੋਈ ਸਿੱਖ ਨਾ ਰਹਿੰਦਾ ਹੋਵੇ। ਗੁਰੂ ਸਾਹਿਬ ਦੀ ਮਿਹਨਤ ਨਾਲ ਨਵੇਂ ਵਿਚਾਰਾਂ ਤੇ ਸੁਧਾਰਾਂ ਦਾ ਪ੍ਰਸਾਰ ਬੜੀ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਸੀ। ਗੁਰੂ ਸਾਹਿਬ ਖੁਦ ਵੀ ਪ੍ਰਚਾਰਕ ਦੌਰਿਆਂ ਤੇ ਜਾਇਆ ਕਰਦੇ ਸੀ। ਸਿੱਖੀ ਮਰਿਆਦਾ, ਗੁਰੂ ਸਾਹਿਬ ਕਿਹਾ ਕਰਦੇ ਸੀ ਕਿ ਜਦ ਖਾਣਾ ਤਿਆਰ ਕਰੋ, ਪਹਿਲੇ ਲੋੜਵੰਦ ਭੁੱਖੇ ਸਿੱਖ ਦੇ ਮੂੰਹ ਵਿੱਚ ਪਾਓ। ਇੱਕ ਸਿੱਖ ਦਾ ਮੂੰਹ ਗੁਰੂ ਦੀ ਗੋਲਕ ਹੈ। ਬੀਬੀ ਭਾਨੀ ਦਾ ਵਿਆਹ। ਬੀਬੀ ਭਾਨੀ ਹੁਣ ਜਵਾਨ ਹੋ ਗਈ ਸੀ। ਇੱਕ ਦਿਨ ਗੁਰੂ ਅਮਰਦਾਸ ਦੀ ਪਤਨੀ ਮਨਸਾ ਦੇਵੀ ਕਹਿਣ ਲੱਗੀ ਕਿ ਭਾਨੀ ਦਾ ਵਿਆਹ ਕਰਨ ਲਈ ਕੋਈ ਵਰ ਲੱਭਣਾ ਚਾਹੀਦਾ ਹੈ। ਤਾਂ ਗੁਰੂ ਸਾਹਿਬ ਪੁੱਛਣ ਲੱਗੇ, ਤੈਨੂੰ ਭਾਨੀ ਵਾਸਤੇ ਕਿਹਾ ਜਿਹਾ ਵਰ ਚਾਹੀਦਾ ਹੈ? ਤਾਂ ਮਾਨਸਾ ਦੇਵੀ ਜੀ ਨੇ ਸਾਹਮਣੇ ਸੰਕੇਤ ਕਰਕੇ ਕਿਹਾ, ਇਹੋ ਜਿਹਾ ਸ਼ਰੀਫ ਤੇ ਗੁਰੂ ਘਰ ਦੀ ਸੇਵਾ ਤੇ ਸਿਮਰਨ ਕਰਨ ਵਾਲਾ। ਉਸ ਵਕਤ ਭਾਈ ਜੇਠਾ ਜੀ ਸਾਹਮਣੇ ਘੁੰਗਣੀਆਂ ਵੇਚ ਰਹੇ ਸੀ। ਗੁਰੂ ਸਾਹਿਬ ਨੇ ਕਿਹਾ, ਇਹੋ ਜਿਹਾ ਤਾਂ ਇਹੀ ਹੋ ਸਕਦਾ ਹੈ। ਉਸੇ ਵੇਲੇ ਭਾਈ ਜੇਠਾ ਜੀ ਦੀ ਨਾਨੀ ਨੂੰ ਬੁਲਾ ਕੇ ਦੋਨੋਂ ਦਾ ਰਿਸ਼ਤਾ ਪੱਕਾ ਕਰ ਦਿੱਤਾ। ਗੁਰੂ ਅਮਰਦਾਸ ਦੇ 2 ਪੁੱਤਰ ਸਨ, ਬਾਬਾ ਮੋਹਨ ਤੇ ਬਾਬ ਮੋਰੀ। ਇਹਨਾਂ ਵਿੱਚੋਂ ਕੋਈ ਵੀ ਗੁਰਗੱਦੀ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਨਹੀਂ ਸੀ। ਰਾਮਦਾਸ ਜੀ ਹਰ ਪ੍ਰੀਖਿਆ ਵਿੱਚੋਂ ਪੂਰੇ ਉਤਰੇ ਅਤੇ ਹਰ ਤਰ੍ਹਾਂ ਨਾਲ ਯੋਗ ਸਾਬਤ ਹੋਏ। ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਪਰੰਪਰਾ ਤੇ ਮਰਿਆਦਾ, ਜੋ ਕਾਲੇ ਸੋ ਪਾਏ, ਗੁਰੂ ਰਾਮਦਾਸ ਨੂੰ ਗੁਰਗੱਦੀ ਦੇ ਕੇ ਮਜ਼ਬੂਤ ਕੀਤਾ। ਜਦ ਗੁਰੂ ਸਾਹਿਬ ਨੂੰ ਲੱਗਾ ਕਿ ਉਹਨਾਂ ਦੀ ਸੱਚਖੰਡ ਦੀ ਵਾਪਸੀ ਦਾ ਸਮਾਂ ਆ ਗਿਆ ਹੈ, 1 ਸਤੰਬਰ 1574 ਦੇ ਦਿਨ ਗੁਰੂ ਰਾਮਦਾਸ ਅੱਗੇ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਤੇ ਆਪਣੇ ਸਿੰਘਾਸਨ ਤੇ ਬਿਠਾਇਆ। ਬਾਬਾ ਬੁੱਢਾ ਜੀ ਨੇ ਰਸਮ ਪੂਰੀ ਕੀਤੀ ਤੇ ਗੋਇੰਦਵਾਲ ਵਿਖੇ ਜੋਤੀ ਜੋਤ ਸਮਾ ਗਏ। ਬਿਆਸ ਦਰਿਆ ਦੇ ਕੰਢੇ ਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਅਸਥਾਨ ਤੇ ਉਹਨਾਂ ਦੀ ਯਾਦਗਾਰ ਵੀ ਕਾਇਮ ਕੀਤੀ ਗਈ, ਜੋ ਬਾਅਦ ਵਿੱਚ ਦਰਿਆ ਦੀ ਭੇਟ ਚੜ੍ਹ ਗਈ। ਬਾਣੀ। ਗੁਰੂ ਸਾਹਿਬ ਨੇ 17 ਰਾਗਾਂ ਵਿੱਚ ਬਾਣੀ ਲਿਖੀ ਹੈ, ਜੋ ਰੋਜ਼ਾਨਾ ਜੀਵਨ ਦੇ ਬਹੁਤ ਨੇੜੇ ਹੈ ਤੇ ਕਈ ਸ਼ੰਕਿਆ ਦਾ ਸਮਾਧਾਨ ਕਰਦੀ ਹੈ ਤੇ ਗੁਰਮਤ ਅਨੁਸਾਰ ਜੀਵਨ ਜਾਂਚ ਦੱਸਦੀ ਹੈ। 1869 ਸ਼ਬਦ ਲਿਖੇ ਹਨ। ਗੁਰੂ ਅਮਰਦਾਸ ਜੀ ਦੀ ਬਾਣੀ 17 ਰਾਗਾਂ ਵਿੱਚ ਸੀ। ਗੁਰੂ ਨਾਨਕ ਸਾਹਿਬ ਦੇ 19 ਰਾਗਾਂ ਵਿੱਚੋਂ 2 ਰਾਗ ਤਿਲੰਗ ਤੇ ਰਾਗ ਤੁਖਾਰੀ ਛੱਡ ਕੇ ਉਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਵਿੱਚੋਂ ਆਨੰਦ ਸਾਹਿਬ, 4 ਵਾਰਾਂ, ਪਟੀ ਆਸਾ, ਅਲੇਨੀਆਨ ਆਦਿ। ਉਹਨਾਂ ਦੀ ਬਾਣੀ ਦੇ ਕੁਝ ਸ਼ਬਦ ਬਾਬਾ ਫਰੀਦ ਦੇ ਸ਼ਲੋਕਾਂ ਵਿੱਚ ਆਏ ਹਨ। ਆਨੰਦ ਸਾਹਿਬ ਨਿਤਨੇਮ ਤੇ ਹਰ ਖੁਸ਼ੀ ਗਮੀ ਵਿੱਚ ਇਸ ਦਾ ਪਾਠ ਕਰਕੇ ਅਰਦਾਸ ਕੀਤੀ ਜਾਂਦੀ ਹੈ, ਜਿਸ ਦਾ ਮਤਲਬ ਮਰਨੇ ਪਿੱਛੋਂ ਰੋਣ ਧੋਣ ਨਾਲੋਂ ਪਾਠ ਕੀਰਤਨ ਕਰਕੇ ਮ੍ਰਿਤਕ ਲਈ ਸੱਚਖੰਡ ਦਾ ਰਸਤਾ ਤਿਆਰ ਕਰਨਾ ਚਾਹੀਦਾ ਹੈ। ਹਰ ਖੁਸ਼ੀ ਗਮੀ ਵਿੱਚ ਖੁਸ਼ ਰਹੋ ਤੇ ਅਕਾਲ ਪੁਰਖ ਦਾ ਧੰਨਵਾਦ ਕਰੋ। ਉਹਨਾਂ ਨੇ ਵਿਆਹ, ਜਨਮ, ਮਰਨ ਤੇ ਗੁਰਬਾਣੀ ਨੂੰ ਉਚਾਰ ਕੇ ਸਿੱਖੀ ਨੂੰ ਅਲੱਗ ਪਹਿਚਾਨ ਦਿੱਤੀ। ਗੁਰਬਾਣੀ ਸਿਰਫ ਪਰਮਾਤਮਾ ਦਾ ਗਿਆਨ ਹੀ ਨਹੀਂ ਦਿੰਦੀ, ਇਹ ਪ੍ਰਤੱਖ ਤੌਰ ਤੇ ਧਰਤੀ ਉਤੇ ਪਰਮਾਤਮਾ ਦਾ ਰੂਪ ਹੈ। ਇਸ ਨੂੰ ਮਨ ਵਿੱਚ ਵਸਾ ਲੈਣਾ ਹੀ ਆਪਣੇ ਆਪ ਨੂੰ ਪਰਮਾਤਮਾ ਨਾਲ ਜੋੜ ਲੈਣਾ ਹੈ। ਕੋਈ ਵੀ ਮਨੁੱਖੀ ਗੁਰੂ, ਬ੍ਰਾਹਮਣ, ਜੋਗੀ, ਮੁਰਸ਼ਦ, ਪੀਰ, ਦੇਵੀ, ਦੇਵਤਾ, ਅਵਤਾਰ ਇਸ ਤੁਲ ਨਹੀਂ ਹਨ। ਗੁਰੂ ਸਾਹਿਬ ਨੇ ਸ਼ਬਦ ਗੁਰੂ ਦੇ ਸਿਧਾਂਤ ਤੇ ਗੁਰਬਾਣੀ ਦੀ ਮਹੱਤਤਾ ਨੂੰ ਸਮਝਾਇਆ ਤੇ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਮੰਨਿਆ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡੋ ਅਵਰ ਨਾ ਕੋਈ। ਵਾਹੋ ਵਾਹੋ ਅਗਮ ਅਥਾਹੋ ਹੈ, ਵਾਹੋ ਵਾਹੋ ਸਚਾ ਸੋਇ 11। ਉਹਨਾਂ ਨੇ ਆਪਣੇ ਜੀਵਨ ਕਰਤੱਵ ਤੇ ਬਾਣੀ ਦੁਆਰਾ ਗੁਰਮਤ ਦੇ ਸਿਧਾਂਤਾਂ ਨੂੰ ਵਧੇਰੇ ਸਪਸ਼ਟ ਤੇ ਸਰਲ ਬਣਾਇਆ। ਆਵਹਿ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੇ ਸੱਚੀ ਬਾਣੀ। ਗੁਰੂ ਸਾਹਿਬ ਆਪਣੀ ਬਾਣੀ ਵਿੱਚ ਬਾਰ-ਬਾਰ ਇਹੋ ਦੱਸਦੇ ਹਨ ਕਿ ਗੁਰੂ ਦੀ ਸ਼ਰਨ ਤੋਂ ਬਿਨਾਂ ਪ੍ਰਭ ਦਾ ਦਰ ਨਹੀਂ ਲੱਭਦਾ, ਬਿਨਾਂ ਗੁਰਮਤ ਤਤੋਂ ਤੁਰਿਆ ਮਨ ਪਵਿੱਤਰ ਨਹੀਂ ਹੁੰਦਾ, ਨਾ ਹੀ ਸਹਿਜ ਅਵਸਥਾ ਬਣਦੀ ਹੈ। ਆਪ ਸਿੱਖ ਨੂੰ ਸੁਚੇਤ ਕਰਦੇ ਹਨ, ਜਿਨ੍ਹਾਂ ਨੇ ਗੁਰੂ ਨਾਲ ਚਿੱਤ ਨਹੀਂ ਲਾਇਆ, ਸਤਿਗੁਰ ਦੀ ਸ਼ਰਨ ਨਹੀਂ ਲਈ, ਅਕਾਲ ਪੁਰਖ ਨਾਲ ਪ੍ਰੇਮ ਨਹੀਂ ਬਣਿਆ, ਉਹਨਾਂ ਦਾ ਦੁਨੀਆ ਵਿੱਚ ਆਉਣਾ ਤਿਕਾਰ ਹੈ।
ਜਿਹੜਾ ਗੁਰੂ ਬਚਨ ਮਨ ਵਿੱਚ ਵਸਾਂਦਾ ਨਹੀਂ ਉਹ ਪਰਮਾਤਮਾ ਦੀ ਰਹਿਮਤ ਦਾ ਪਾਤਰ ਨਹੀਂ ਬਣ ਸਕਦਾ। ਇੱਕ ਸਤਿਗੁਰ ਤੇ ਜੋ ਮੁਨ ਫੇਰੈ ਮੱਥੇ ਤਿਨ ਕਾਲੇ, ਅਨਦਿਨ ਦੁੱਖ ਕਮਾਵਦੇ ਨਿਤ ਜੋਹੇ ਜਮ ਜਾਲੇ, ਸੁਪਨੇ ਸੁਖ ਨਾਣਾ ਦੇਖਣੀ ਬਹੁਤ ਚਿੰਤਾ ਪਰਜਲੇ। ਗੁਰੂ ਸਾਹਿਬ ਨੇ ਆਪ ਇੱਕ ਲੰਬੇ ਅਰਸੇ ਗੁਰੂ ਅੰਗਦ ਦੇਵ ਜੀ ਸੇਵਾ ਕੀਤੀ। ਇੱਕ ਉਹਨਾਂ ਨੇ ਆਪਣੀ ਬਾਣੀ ਵਿੱਚ ਸੇਵਾ ਕਰਨ ਤੇ ਬਹੁਤ ਜ਼ੋਰ ਦਿੱਤਾ। ਇੱਕ ਉਹਨਾਂ ਦਾ ਕਥਨ ਸੀ ਕਿ ਸੇਵਾ ਨਾਲ ਹਿਰਦਾ ਸ਼ੁੱਧ ਹੁੰਦਾ ਹੈ, ਹਉਮੈ ਦੂਰ ਹੁੰਦੀ ਹੈ ਤੇ ਪਰਮਾਤਮਾ ਦਾ ਨਾਮ ਅੰਦਰ ਵਸਦਾ ਹੈ। ਇੱਕ ਜੋ ਕੋਈ ਵੀ ਤਨ ਮਨ ਨਾਲ ਚਿੱਤ ਲਾ ਕੇ ਸੇਵਾ ਕਰੇਗਾ ਉਸ ਨੂੰ ਅਧਿਆਤਮਿਕ ਸਫਲਤਾ ਅਵਸ਼ ਮਿਲੇਗੀ। ਇੱਕ ਸਤਿਗੁਰੇ ਕੀ ਸੇਵਾ ਸਫਲ ਹੈ ਜੋ ਕੋ ਕਰੇ ਚਿਤੁ ਲਾਏ। ਇੱਕ ਬਿਨਾਂ ਸ਼ਰਨ ਤੇ ਸੇਵਾ ਤੋਂ ਵਾਹਿਗੁਰੂ ਨਾਲ ਪਿਆਰ ਨਹੀਂ ਹੋ ਸਕਦਾ। ਮਾਇਆ ਮੋਹ ਹਉਮੈ ਨੂੰ ਨਹੀਂ ਛੱਡਿਆ ਜਾ ਸਕਦਾ। ਇੱਕ ਸਤਿਗੁਰ ਕੀ ਸੇਵ ਨਾ ਕੀਨੀਏ। ਗੁਰਮਤਿ ਤੇ ਤੁਰਨ ਤੋਂ ਬਿਨਾਂ ਸਰੀਰਕ ਕਰਮ ਜਿਵੇਂ ਪਾਠ ਕਰਨਾ ਜਾਪ ਕਰਨਾ ਆਦਿ ਮਨ ਜੁੜਦਾ ਨਹੀਂ, ਭਟਕਦਾ ਹੀ ਰਹਿੰਦਾ ਹੈ। ਇੱਕ ਗੁਰੂ ਦੇ ਸ਼ਰਨ ਵਿੱਚ ਪੈ ਕੇ ਜਿਸ ਮਨੁੱਖ ਨੇ ਪ੍ਰਭ ਦੀ ਸਿਫਤ ਸਲਾਹ ਕੀਤੀ ਹੈ ਉਸ ਦੇ ਪਿਛਲੇ ਪਾਪ ਬਖਸ਼ ਕੇ ਪ੍ਰਭ ਆਪਣੇ ਚਰਨਾਂ ਨਾਲ ਲਗਾ ਲੈਂਦਾ ਹੈ। ਇੱਕ ਸੋ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਜਿੰਨੀ ਦੇਰ ਮੇਰੇ ਸਰੀਰ ਵਿੱਚ ਜਾਨ ਹੈ ਮੈਂ ਤੇਰੀ ਸਿਫਤ ਸਲਾਹ ਕਰਦਾ ਰਹਾਂ। ਇੱਕ ਮਨਮੁਖ ਤੇ ਗੁਰਮੁਖ ਦੀ ਤੁਲਨਾ ਕਰਦਿਆਂ ਕਿਹਾ ਹੈ, ਇੱਕ ਮਨਮੁਖ ਹੰਕਾਰੀ ਹੁੰਦਾ ਹੈ ਤੇ ਚਿੱਤ ਕਠੋਰ। ਇੱਕ ਕੂੜ ਕੁਸਤ ਨੂੰ ਮੁੱਖ ਰੱਖੇ ਜੀਵਨ ਦਾ ਉਦੇਸ਼ ਭੁੱਲ ਜਾਂਦਾ ਹੈ। ਇੱਕ ਗੁਰਮੁਖ ਸਦਾ ਅੰਮ੍ਰਿਤ ਬਾਣੀ ਬੋਲਦਾ ਹੈ ਤੇ ਉਸ ਦੀ ਹੋਂਦ ਨੂੰ ਸਮਝਦਾ ਹੈ। ਇੱਕ ਸਮਝਦਾ ਹੈ ਕਿ ਸਾਰੇ ਦੁੱਖਾਂ ਦਾ ਦਾਰੂ ਗੁਰੂ ਹੀ ਹੈ, ਜਿਸ ਤੋਂ ਬੇਮੁਖ ਹੋਣਾ ਧਰਮ ਨਹੀਂ ਹੈ। ਇੱਕ ਗੁਰੂ ਤੇ ਬਿਨਾਂ ਉਸ ਦੀ ਗਤ ਨਹੀਂ ਹੈ। ਇੱਕ ਗੁਰਮੁਖ ਤੇ ਮਨਮੁਖ ਬਾਰੇ ਤੁਲਨਾਤਮਿਕ ਬਿਆਨ ਕਰਦੇ ਹਨ। ਗੁਰਮੁਖੇ ਸੁਖਿਆ ਮਨਮੁਖੇ ਦੁਖਿਆ, ਗੁਰਮੁਖੇ ਸਨਮੁਖੇ ਮਨਮੁਖੇ ਵੇਮੁਖਿਆ। ਸਤਿਗੁਰ ਤੇ ਜੋ ਮੋਹ ਫੇਰੈ ਮੱਥੇ ਤਿਨ ਕਾਲੇ, ਅਨਦਿਨ ਦੁੱਖ ਕਮਾਵਦੇ ਨਿਤ ਜੋਹੇ ਜਮ ਜਲੇ। ਉਹਨਾਂ ਨੇ ਸਮਝਾਇਆ ਕਿ ਗੁਰ ਪਰਮੇਸ਼ਵਰ ਇਨਸਾਨ ਦੇ ਮਨ ਵਿੱਚ ਵਸਦਾ ਹੈ, ਜਿਸ ਦੀ ਪ੍ਰਾਪਤੀ ਲਈ ਬਾਹਰ ਭਟਕਣ ਦੀ ਲੋੜ ਨਹੀਂ। ਇੱਕ ਸਿਰਫ ਬੰਦੇ ਨੂੰ ਆਪਣਾ ਮੂਲ ਪਹਿਚਾਨਣ ਦੀ ਲੋੜ ਹੈ। ਇੱਕ ਮਨ ਤੂੰ ਜੋਤੇ ਸਰੂਪ ਹੈ ਆਪਣਾ ਮੂਲ ਪਛਾਣ ਗਿਆਰਾ, ਮਨ ਹਰ ਤੇਰੇ ਨਾਲੇ ਹੈ ਗੁਮਟੀ ਰੰਗ ਮਾਣ ਗਿਆਰਾ। ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਗੁਰੂ ਸਾਹਿਬ ਆਪ ਨਾਰਾਇਣ ਦਾ ਰੂਪ ਧਾਰ ਕੇ ਗੁਰੂ ਅਮਰਦਾਸ ਦੇ ਜਾਮੇ ਵਿੱਚ ਜਗਤ ਵਿੱਚ ਆਏ। ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।